ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਇੱਕ ਇਹੋ ਜਿਹੀ ਆਰਥਿਕ ਨੀਤੀ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਨਾ ਸਿਰਫ ਕੁਝ ਦੇਸ਼ਾਂ ਨੂੰ ਬਲਕਿ ਪੂਰੀ ਦੁਨੀਆ ਦੀ ਇਕਨੋਮੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਂਜੀ, ਗੱਲ ਹੋ ਰਹੀ ਹੈ ਟੈਰਿਫ ਦੀ ਤੇ ਕਿਵੇਂ ਇੱਕ ਛੋਟਾ ਜਿਹਾ ਟੈਕਸ ਇੱਕ ਗਲੋਬਲ ਤੂਫਾਨ ਬਣ ਗਿਆ। ਤਾਂ ਸੋਚਣ ਵਾਲੀ ਗੱਲ ਇਹ ਹੈ ਨਾ ਕਿ ਇੱਕ ਮਾਮੂਲੀ ਜਿਹਾ ਟੈਕਸ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਕਿਵੇਂ ਹਿਲਾ ਸਕਦਾ ਹੈ। ਚਲੋ ਅੱਜ ਦੀ ਇਸ ਪੂਰੀ ਗੱਲਬਾਤ ਵਿੱਚ ਆਪਾਂ ਇਸੇ ਗੁੰਝਲਦਾਰ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਬਿਲਕੁਲ ਬੇਸਿਕ ਤੋਂ ਸ਼ੁਰੂ ਕਰਦੇ ਹਾਂ। ਆਖਿਰ ਇਹ ਟੈਰਿਫ ਹੈ ਕੀ? ਇਹ ਸ਼ਬਦ ਸੁਣਨ ਨੂੰ ਭਾਵੇਂ ਔਖਾ ਲੱਗੇ, ਪਰ ਆਪਾਂ ਇਸ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਸਮਝਾਂਗੇ। ਤਾਂ ਦੇਖੋ, ਸਿੱਧੀ ਜੀ ਗੱਲ ਹੈ, ਟੈਰਿਫ ਇੱਕ ਕਿਸਮ ਦਾ ਟੈਕਸ ਹੁੰਦਾ ਹੈ। ਬਸ ਜਦੋਂ ਕੋਈ ਇੱਕ ਦੇਸ਼ ਕਿਸੇ ਦੂਜੇ ਦੇਸ਼ ਤੋਂ ਕੋਈ ਸਮਾਨ ਖਰੀਦਦਾ ਹੈ ਤਾਂ ਖਰੀਦਣ ਵਾਲਾ ਦੇਸ਼ ਉਸ ਸਮਾਨ ਤੇ ਇੱਕ ਵਾਧੂ ਟੈਕਸ ਲਗਾ ਦਿੰਦਾ ਹੈ। ਬਸ ਇਸੇ ਵਾਧੂ ਟੈਕਸ ਨੂੰ ਹੀ ਟੈਰਿਫ ਕਿਹਾ ਜਾਂਦਾ ਹੈ। ਸੌਖੇ ਸ਼ਬਦਾਂ ਵਿੱਚ ਇਹ ਇੱਕ ਇੰਪੋਰਟ ਟੈਕਸ ਹੈ। ਚਲੋ, ਇਸ ਨੂੰ ਇੱਕ ਬਹੁਤ ਹੀ ਆਮ ਜਿਹੀ ਉਦਾਹਰਣ ਨਾਲ ਸਮਝਦੇ ਹਾਂ ਤਾਂ ਕਿ ਗੱਲ ਬਿਲਕੁਲ ਸਾਫ਼ ਹੋ ਜਾਵੇ। ਫਰਜ਼ ਕਰੋ ਇੱਕ ਫੋਨ ਚੀਨ ਵਿੱਚ ਬਣਿਆ, ਹੁਣ ਉਹ ਵੇਚਣ ਲਈ ਅਮਰੀਕਾ ਭੇਜਿਆ ਗਿਆ। ਜਿਵੇਂ ਹੀ ਉਹ ਅਮਰੀਕਾ ਪਹੁੰਚਿਆ, ਉੱਥੋਂ ਦੀ ਸਰਕਾਰ ਨੇ ਉਸ ਤੇ ਇੱਕ ਟੈਰਿਫ ਯਾਨੀ ਕਿ ਟੈਕਸ ਲਗਾ ਦਿੱਤਾ। ਤਾਂ ਫਿਰ ਹੋਇਆ ਕੀ? ਜਦੋਂ ਉਹ ਫੋਨ ਦੁਕਾਨ ਤੇ ਪਹੁੰਚਿਆ ਤਾਂ ਉਸ ਦੀ ਕੀਮਤ ਵੱਧ ਗਈ। ਤੇ ਵਧੀ ਹੋਈ ਕੀਮਤ ਕੌਣ ਦਿੰਦਾ ਹੈ? ਆਪਾਂ, ਯਾਨੀ ਕਿ ਗਾਹਕ। ਸਿੱਧਾ ਅਸਰ ਸਾਡੀ ਜੇਬ ਤੇ। ਅੱਛਾ, ਹੁਣ ਗੱਲ ਆਂਦੀ ਹੈ ਕਿ ਇਹ ਸਭ ਸ਼ੁਰੂ ਕਿਉਂ ਹੋਇਆ? ਮਤਲਬ ਅਮਰੀਕਾ ਨੇ ਇਹ ਟੈਰਿਫ ਲਗਾਏ ਹੀ ਕਿਉਂ? ਇਸ ਦੇ ਪਿੱਛੇ ਸੀ ਉਸ ਵੇਲੇ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਬਹੁਤ ਮਸ਼ਹੂਰ ਪਾਲਿਸੀ, ਜਿਸ ਨੂੰ ਕਿਹਾ ਜਾਂਦਾ ਸੀ ਅਮਰੀਕਾ ਫਰਸਟ। ਤੇ ਇਸ ਪਾਲਿਸੀ ਦਾ ਮਕਸਦ ਕੀ ਸੀ? ਸਰਕਾਰੀ ਤੌਰ ਤੇ ਇਹ ਕਿਹਾ ਗਿਆ ਕਿ ਇਹ ਸਭ ਅਮਰੀਕਾ ਦੇ ਆਪਣੇ ਉਦਯੋਗਾਂ ਨੂੰ, ਯਾਨੀ ਕਿ ਉੱਥੋਂ ਦੀਆਂ ਕੰਪਨੀਆਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। ਨਾਲ ਹੀ ਦੂਜੇ ਦੇਸ਼ਾਂ ਨਾਲ ਵਪਾਰ ਵਿੱਚ ਜੋ ਘਾਟਾ ਹੋ ਰਿਹਾ ਸੀ, ਉਸ ਨੂੰ ਵੀ ਘੱਟ ਕਰਨਾ ਇੱਕ ਵੱਡਾ ਮਕਸਦ ਸੀ। ਜ਼ਰਾ ਇਸ ਚਾਰਟ ਤੇ ਇੱਕ ਨਜ਼ਰ ਮਾਰੋ। ਇਹ ਬਿਲਕੁਲ ਸਾਫ਼-ਸਾਫ਼ ਦਿਖਾ ਰਿਹਾ ਹੈ ਕਿ ਸਮੱਸਿਆ ਕੀ ਸੀ। ਦੇਖੋ, ਪਹਿਲੀ ਵਾਰ ਦੱਸ ਰਹੀ ਹੈ ਕਿ ਬਾਹਰੋਂ ਆਉਣ ਵਾਲਾ ਸਾਮਾਨ ਯਾਨੀ ਇੰਪੋਰਟ ਬਹੁਤ ਜ਼ਿਆਦਾ ਸੀ। ਦੂਜੇ ਪਾਸੇ ਅਮਰੀਕਾ ਵਿੱਚ ਬਣਨ ਵਾਲੇ ਸਾਮਾਨ ਦੀ ਵਿਕਰੀ ਘੱਟ ਸੀ ਤੇ ਇਸ ਦਾ ਨਤੀਜਾ ਨੌਕਰੀਆਂ ਇੱਕ ਥਾਂ ਤੇ ਰੁਕੀਆਂ ਹੋਈਆਂ ਸਨ। ਤਾਂ ਟੈਰਿਫ ਲਗਾਉਣ ਦਾ ਮਕਸਦ ਇਸੇ ਪੂਰੀ ਤਸਵੀਰ ਨੂੰ ਬਦਲਣਾ ਸੀ। ਪਰ ਸਵਾਲ ਇਹ ਹੈ ਕਿ ਕੀ ਇਹ ਪਲਾਨ ਕਾਮਯਾਬ ਹੋਇਆ? ਕੀ ਜਿਹੜਾ ਸੋਚਿਆ ਗਿਆ ਸੀ ਉਹੀ ਹੋਇਆ? ਹੁਣ ਆਪਾਂ ਇਰਾਦਿਆਂ ਤੋਂ ਅੱਗੇ ਵਧ ਕੇ ਦੇਖਦੇ ਹਾਂ ਕਿ ਅਸਲ ਵਿੱਚ ਕੀ ਹੋਇਆ, ਕਿਉਂਕਿ ਜੋ ਅੱਗੇ ਹੋਇਆ ਉਸਨੇ ਸੱਚਮੁੱਚ ਪੂਰੀ ਦੁਨੀਆ ਦੇ ਵਪਾਰ ਦਾ ਨਕਸ਼ਾ ਹੀ ਬਦਲ ਦਿੱਤਾ। ਤੇ ਫਿਰ ਸ਼ੁਰੂ ਹੋਇਆ ਇੱਕ ਟ੍ਰੇਡ ਵਾਰ, ਯਾਨੀ ਕਿ ਇੱਕ ਵਪਾਰਿਕ ਯੁੱਧ। ਹੁਣ ਇਹ ਗੱਲ ਸਿਰਫ ਇੱਕ ਦੇਸ਼ ਦੇ ਟੈਕਸ ਲਗਾਉਣ ਤੱਕ ਸੀਮਿਤ ਨਹੀਂ ਰਹੀ ਸੀ। ਇਹ ਇੱਕ ਗਲੋਬਲ ਆਰਥਿਕ ਜੰਗ ਦੀ ਸ਼ੁਰੂਆਤ ਬਣ ਗਈ। ਇਹ ਸਲਾਈਡ ਹਾਲਾਤ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ। ਦੇਖੋ, ਟੈਰਿਫ ਲੱਗਣ ਤੋਂ ਪਹਿਲਾਂ ਦੁਨੀਆ ਭਰ ਦੇ ਦੇਸ਼ਾਂ ਵਿੱਚ ਸਮਾਨ ਦਾ ਆਦਾਨ-ਪ੍ਰਦਾਨ ਆਰਾਮ ਨਾਲ ਚੱਲ ਰਿਹਾ ਸੀ। ਵਪਾਰ ਇੱਕ ਤਰ੍ਹਾਂ ਨਾਲ ਸੁਖਾਲਾ ਸੀ। ਪਰ ਫਿਰ ਕੀ ਹੋਇਆ? ਜਦੋਂ ਅਮਰੀਕਾ ਨੇ ਟੈਰਿਫ ਲਗਾਏ ਤਾਂ ਦੂਜੇ ਦੇਸ਼ ਚੁੱਪ ਨਹੀਂ ਬੈਠੇ। ਚੀਨ, ਯੂਰਪੀਅਨ ਯੂਨੀਅਨ ਤੇ ਹੋਰ ਕਈ ਦੇਸ਼ਾਂ ਨੇ ਬਦਲੇ ਵਿੱਚ ਅਮਰੀਕੀ ਸਮਾਨ ਤੇ ਆਪਣੇ ਟੈਰਿਫ ਠੋਕ ਦਿੱਤੇ। ਇੱਕ ਤਰ੍ਹਾਂ ਨਾਲ ਜਿਵੇਂ ਨੂੰ ਤਿਵੇਂ ਵਾਲੀ ਗੱਲ ਹੋ ਗਈ। ਤਾਂ ਇਸ ਸਭ ਦਾ ਨਤੀਜਾ ਕੀ ਨਿਕਲਿਆ? ਖੈਰ, ਸਭ ਤੋਂ ਪਹਿਲਾ ਅਸਰ ਤਾਂ ਆਮ ਲੋਕਾਂ ਤੇ ਪਿਆ। ਚੀਜ਼ਾਂ ਮਹਿੰਗੀਆਂ ਹੋ ਗਈਆਂ। ਫਿਰ ਦੇਸ਼ਾਂ ਨੇ ਇੱਕ ਦੂਜੇ ਤੇ ਜਵਾਬੀ ਟੈਕਸ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਪੂਰੀ ਦੁਨੀਆ ਦੀ ਆਰਥਿਕਤਾ ਤੇ ਇੱਕ ਨੈਗੇਟਿਵ ਅਸਰ ਪਿਆ। ਭਾਰਤ ਵਰਗੇ ਦੇਸ਼ਾਂ ਤੋਂ ਜੋ ਸਮਾਨ ਬਾਹਰ ਜਾਂਦਾ ਸੀ, ਉਸ ਨੂੰ ਵੀ ਨੁਕਸਾਨ ਝੱਲਣਾ ਪਿਆ। ਤੇ ਹਾਂ, ਇਸ ਸਭ ਦੇ ਚੱਕਰ ਵਿੱਚ ਕਈ ਇੰਡਸਟਰੀਆਂ ਵਿੱਚ ਲੋਕਾਂ ਦੀਆਂ ਨੌਕਰੀਆਂ ਵੀ ਪ੍ਰਭਾਵਿਤ ਹੋਈਆਂ। ਚਲੋ, ਹੁਣ ਇੱਕ ਕਦਮ ਪਿੱਛੇ ਹਟਦੇ ਹਾਂ ਤੇ ਇਸ ਪੂਰੀ ਕਹਾਣੀ ਨੂੰ ਇੱਕ ਵੱਡੀ ਤਸਵੀਰ ਦੇ ਤੌਰ ਤੇ ਦੇਖਦੇ ਹਾਂ। ਆਓ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਇੱਕ ਛੋਟੀ ਜਿਹੀ ਸਮਰੀ ਬਣਾਈਏ ਕਿ ਆਖਿਰ ਇਹ ਸਭ ਹੋਇਆ ਕਿਵੇਂ ਸੀ। ਤਾਂ ਦੇਖੋ, ਇਹ ਸਭ ਇੱਕ ਚੇਨ ਰਿਐਕਸ਼ਨ ਵਾਂਗ ਹੋਇਆ। ਸਭ ਤੋਂ ਪਹਿਲਾਂ ਅਮਰੀਕਾ ਫਰਸਟ ਪਾਲਿਸੀ ਦਾ ਐਲਾਨ ਹੋਇਆ। ਇਸ ਤੋਂ ਬਾਅਦ ਅਮਰੀਕਾ ਨੇ ਚੀਨ, ਯੂਰਪ ਤੇ ਹੋਰ ਦੇਸ਼ਾਂ ਦੇ ਸਮਾਨ ਤੇ ਟੈਰਿਫ ਲਗਾ ਦਿੱਤੇ। ਫਿਰ ਆਇਆ ਤੀਜਾ ਕਦਮ, ਜਵਾਬੀ ਕਾਰਵਾਈ। ਦੂਜੇ ਦੇਸ਼ਾਂ ਨੇ ਵੀ ਆਪਣੇ ਟੈਰਿਫ ਲਗਾ ਦਿੱਤੇ ਤੇ ਇੱਕ ਟ੍ਰੇਡ ਵਾਰ ਸ਼ੁਰੂ ਹੋ ਗਈ। ਤੇ ਇਸ ਦਾ ਆਖਰੀ ਨਤੀਜਾ, ਪੂਰੀ ਦੁਨੀਆ ਦੀ ਇਕਨੋਮੀ ਹਿਲ ਗਈ। ਕੀਮਤਾਂ, ਨੌਕਰੀਆਂ, ਅੰਤਰਰਾਸ਼ਟਰੀ ਵਪਾਰ ਸਭ ਕੁਝ ਗੜਬੜਾ ਗਿਆ। ਤੇ ਆਖਰ ਵਿੱਚ ਅਸੀਂ ਇੱਕ ਬਹੁਤ ਹੀ ਵੱਡੇ ਸਵਾਲ ਤੇ ਆ ਕੇ ਰੁਕਦੇ ਹਾਂ। ਅੱਜ ਦੀ ਦੁਨੀਆ, ਜਿੱਥੇ ਸਾਰੇ ਦੇਸ਼ ਇੱਕ ਦੂਜੇ ਨਾਲ ਇੰਨੇ ਜ਼ਿਆਦਾ ਜੁੜੇ ਹੋਏ ਹਨ ਕਿ ਉੱਥੇ ਇਸ ਤਰ੍ਹਾਂ ਦੀਆਂ ਵਪਾਰਿਕ ਰੁਕਾਵਟਾਂ ਲਗਾਉਣਾ ਕਦੇ ਵੀ ਸਹੀ ਹੱਲ ਹੋ ਸਕਦਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ।